ਪਾਠ 12 ਚੁੰਝ ਅਤੇ ਦੰਦ। ਬੱਚਿਓ, ਮਨੁੱਖਾਂ ਅਤੇ ਜਾਨਵਰਾਂ ਦੇ ਦੰਦ ਹੁੰਦੇ ਹਨ ਅਤੇ ਪੰਛੀਆਂ ਦੇ ਚੁੰਝ ਹੁੰਦੀ ਹੈ। ਜੋ ਕੰਮ ਅਸੀਂ ਦੰਦਾਂ ਨਾਲ ਕਰਦੇ ਹਾਂ ਉਹੀ ਕੰਮ ਪੰਛੀ ਚੁੰਝ ਨਾਲ ਕਰਦੇ ਹਨ। ਡਿੰਪਲ ਆਪਣੇ ਹਿਲਦੇ ਦੰਦ ਨੂੰ ਛੇੜ ਰਹੀ ਸੀ। ਦੰਦ ਨਿਕਲ ਕੇ ਉਸ ਦੇ ਹੱਥ ਵਿੱਚ ਆ ਗਿਆ ਅਤੇ ਉਹ ਰੋਂਦੀ ਰੋਂਦੀ ਮੰਮੀ ਕੋਲ ਗਈ। ਮੰਮੀ ਜੀ, ਮੇਰਾ ਦੰਦ ਟੁੱਟ ਗਿਆ। ਕੋਈ ਗੱਲ ਨਹੀਂ ਬੇਟਾ, ਇਹ ਟੁੱਟਿਆ ਨਹੀਂ, ਨਿਕਲਿਆ ਹੈ। ਇਹ ਤੇਰੇ ਪੱਕੇ ਦੰਦ ਨਹੀਂ, ਇਹ ਤਾਂ ਦੁੱਧ ਦੰਦ ਹੀ ਹਨ ਜਿਹੜੇ ਹੁਣ ਨਿਕਲਣੇ ਸ਼ੁਰੂ ਹੋਏ ਹਨ, ਮੰਮੀ ਨੇ ਸਮਝਾਉਂਦੇ ਹੋਏ ਕਿਹਾ। ਬੱਚਿਓ, ਜਿਹੜੇ ਦੰਦ ਤੁਹਾਡੇ ਨਿਕਲਦੇ ਹਨ ਉਹਨਾਂ ਨੂੰ ਦੋਧੀ ਦੰਦ ਕਿਹਾ ਜਾਂਦਾ ਹੈ, ਜੋ ਕਿ ਸਮੇਂ ਦੇ ਨਾਲ ਨਿਕਲ ਜਾਂਦੇ ਹਨ ਅਤੇ ਫਿਰ ਸਥਾਈ ਦੰਦ ਆਉਂਦੇ ਹਨ। ਪਰ ਮੈਂ ਹੁਣ ਦੰਦਾਂ ਬਿਨਾਂ ਕਿਵੇਂ ਖਾਵਾਂਗੀ? ਡਿੰਪਲ ਨੇ ਪੁੱਛਿਆ। ਬੇਟਾ, ਤੂੰ 1 ਸਾਲ ਦੀ ਉਮਰ ਤੱਕ ਵੀ ਬਿਨਾਂ ਦੰਦਾਂ ਤੋਂ ਹੀ ਸੀ। ਉਦੋਂ ਤੱਕ ਤੇਰੇ ਮੂੰਹ ਵਿੱਚ ਕੋਈ ਦੰਦ ਨਹੀਂ ਸੀ। ਹੁਣ ਤਾਂ ਇਹ ਨਿਕਲ ਕੇ ਨਾਲੋਂ ਨਾਲ ਹੀ ਨਵੇਂ ਆਉਂਦੇ ਜਾਣਗੇ। ਬਸ ਤੂੰ ਖੁਰਾਕ ਵਿੱਚ ਦੁੱਧ ਅਤੇ ਹੋਰ ਕੈਲਸ਼ੀਅਮ ਵਾਲੇ ਭੋਜਨ ਲੋੜ ਮੁਤਾਬਕ ਜ਼ਰੂਰ ਲੈਣੇ ਹਨ ਤਾਂ ਕਿ ਟੇਢੇ ਮੇਢੇ ਅਤੇ ਖਰਾਬ ਦੰਦ ਨਾ ਉੱਗਣ, ਮੰਮੀ ਨੇ ਸਮਝਾਇਆ। ਬੱਚਿਓ, ਦੰਦਾਂ ਦੀ ਮਜ਼ਬੂਤੀ ਲਈ ਕੈਲਸ਼ੀਅਮ ਬਹੁਤ ਜ਼ਰੂਰੀ ਤੱਤ ਹੈ। ਮੰਮੀ, ਨਵੇਂ ਦੰਦ ਵੀ ਓਨੇ ਹੀ ਆਉਣਗੇ ਜਿੰਨੇ ਪੁਰਾਣੇ ਨਿਕਲਣਗੇ? ਬੱਚੀ ਨੇ ਉਤਸੁਕਤਾ ਨਾਲ ਪੁੱਛਿਆ। ਬੇਟਾ, ਦੁੱਧ ਦੰਦ ਤਾਂ ਸਿਰਫ 20 ਹੀ ਸਨ। ਜਿਹੜੇ ਹੁਣ ਪੱਕੇ ਦੰਦ ਆਉਣਗੇ ਉਹਨਾਂ ਵਿੱਚ ਤਾਂ ਚਬਾਉਣ ਵਾਲੀਆਂ ਜੜ੍ਹਾਂ ਵੀ ਹੋਣਗੀਆਂ ਅਤੇ ਤੇਰੇ ਕੁੱਲ ਦੰਦ 32 ਹੋ ਜਾਣਗੇ, ਮੰਮੀ ਨੇ ਸਮਝਾਇਆ। ਬੱਚਿਓ, ਸਾਡੇ ਦੰਦਾਂ ਦੀ ਕੁੱਲ ਗਿਣਤੀ 32 ਹੁੰਦੀ ਹੈ। ਮੰਮੀ, ਜੇ ਮੇਰੇ ਦਾਦਾ ਜੀ ਨੂੰ ਵੀ ਵੱਧ ਕੈਲਸ਼ੀਅਮ ਖਵਾਈਏ ਕੀ ਉਹਨਾਂ ਦੇ ਵੀ ਦੁਬਾਰਾ ਦੰਦ ਆ ਜਾਣਗੇ? ਡਿੰਪਲ ਨੇ ਹੋਰ ਉਤਸੁਕਤਾ ਨਾਲ ਪੁੱਛਿਆ। ਨਹੀਂ ਬੇਟਾ, ਮਨੁੱਖ ਵਿੱਚ ਸਿਰਫ 2 ਵਾਰ ਹੀ ਦੰਦ ਆਉਂਦੇ ਹਨ, ਇੱਕ ਵਾਰ ਦੁੱਧ ਦੰਦ ਅਤੇ ਦੂਜੀ ਵਾਰ ਪੱਕੇ ਦੰਦ, ਮੰਮੀ ਨੇ ਉਸ ਨੂੰ ਹੱਸਦਿਆਂ ਹੋਇਆ ਜਵਾਬ ਦਿੱਤਾ। ਮੰਮੀ ਜੀ, ਉਹਨਾਂ ਤੋਂ ਤਾਂ ਦੰਦਾਂ ਬਿਨਾਂ ਕੁਝ ਸ਼ਬਦ ਵੀ ਠੀਕ ਬੋਲੇ ਨਹੀਂ ਜਾਂਦੇ, ਡਿੰਪਲ ਫਿਰ ਬੋਲੀ। ਹਾਂ, ਕਿਉਂਕਿ ਦੰਦ ਵੀ ਬੋਲਣ ਵਿੱਚ ਮਦਦ ਕਰਦੇ ਨੇ। ਬੋਲਣ ਵੇਲੇ ਕਦੇ ਜੀਭ ਦੰਦਾਂ ਵਿਚਕਾਰ ਆਉਂਦੀ ਹੈ ਅਤੇ ਕਦੇ ਦੰਦਾਂ ਦੇ ਪਿਛਲੇ ਹਿੱਸੇ ਨੂੰ ਛੂੰਹਦੀ ਹੈ, ਮੰਮੀ ਨੇ ਦੱਸਿਆ। ਡਿੰਪਲ ਨੇ ਹੋਰ ਪੁੱਛਦਿਆਂ ਕਿਹਾ, ਫਿਰ ਮੰਮੀ, ਜੀਭ ਦਾ ਕੀ ਕੰਮ ਹੋਇਆ? ਬੇਟਾ, ਜੀਭ ਵੀ ਬੋਲਣ ਵਿੱਚ ਮਦਦ ਕਰਦੀ ਹੈ। ਨਾਲੇ ਵੱਖ-ਵੱਖ ਸਵਾਦਾਂ ਦਾ ਵੀ ਜੀਭ ਤੋਂ ਹੀ ਪਤਾ ਲੱਗਦਾ ਹੈ, ਜਿਵੇਂ ਮਿੱਠਾ, ਖੱਟਾ, ਨਮਕੀਨ ਅਤੇ ਕੌੜਾ, ਮੰਮੀ ਨੇ ਸਮਝਾਇਆ। ਬੱਚਿਓ, ਜੀਭ ਸਾਡੀ ਗਿਆਨ ਇੰਦਰੀ ਹੁੰਦੀ ਹੈ ਜੋ ਕਿ ਸਾਨੂੰ ਭੋਜਨ ਦੇ ਸਵਾਦ ਬਾਰੇ ਦੱਸਦੀ ਹੈ। ਕੀ ਤੁਸੀਂ ਜਾਣਦੇ ਹੋ, ਦੰਦ ਬਹੁਤ ਸਖਤ ਪਦਾਰਥ ਕੈਲਸ਼ੀਅਮ ਤੋਂ ਬਣੇ ਹੁੰਦੇ ਹਨ। ਇਹ ਜਬਾੜਿਆਂ ਵਿੱਚ ਲੱਗੇ ਹੁੰਦੇ ਹਨ। ਦੰਦਾਂ ਦੇ ਮੁੱਖ ਤੌਰ ਤੇ 2 ਭਾਗ ਹੁੰਦੇ ਹਨ। ਉੱਪਰਲਾ ਹਿੱਸਾ ਜਾਂ ਕਰਾਊਨ, ਦੰਦਾਂ ਦਾ ਜਿਹੜਾ ਹਿੱਸਾ ਮਸੂੜਿਆਂ ਤੋਂ ਬਾਹਰ ਦਿਖਾਈ ਦਿੰਦਾ ਹੈ ਉਸ ਨੂੰ ਕਰਾਊਨ ਕਿਹਾ ਜਾਂਦਾ ਹੈ। ਇਹ ਭੋਜਨ ਨੂੰ ਚਬਾਉਣ ਵਿੱਚ ਮਦਦ ਕਰਦਾ ਹੈ। ਦੂਸਰਾ, ਹੇਠਲਾ ਹਿੱਸਾ ਜਾਂ ਜੜ, ਦੰਦ ਦਾ ਜਿਹੜਾ ਹਿੱਸਾ ਅਸੀਂ ਨਹੀਂ ਦੇਖ ਸਕਦੇ ਅਤੇ ਮਸੂੜਿਆਂ ਦੇ ਅੰਦਰ ਹੁੰਦਾ ਹੈ ਉਸ ਨੂੰ ਜੜ ਕਿਹਾ ਜਾਂਦਾ ਹੈ। ਇਹ ਦੰਦ ਨੂੰ ਮਜ਼ਬੂਤੀ ਨਾਲ ਜਕੜ ਕੇ ਰੱਖਦਾ ਹੈ। ਦੰਦਾਂ ਦੀ ਬੁਰਸ਼ ਨਾਲ ਸਫਾਈ ਕਰਨ ਦਾ ਢੰਗ। ਦੰਦਾਂ ਨੂੰ ਉੱਪਰੋਂ ਹੇਠਾਂ, ਹੇਠੋਂ ਉੱਪਰ, ਅੰਦਰੋਂ ਬਾਹਰੋਂ ਚੰਗੀ ਤਰ੍ਹਾਂ ਹੌਲੀ-ਹੌਲੀ ਨਰਮ ਬੁਰਸ਼ ਤੇ ਪੇਸਟ ਲਗਾ ਕੇ ਸਾਫ਼ ਕਰਨਾ ਚਾਹੀਦਾ ਹੈ। ਦੰਦਾਂ ਦੀ ਉੱਪਰਲੀ ਚਿੱਟੀ ਪਰਤ ਸਰੀਰ ਦਾ ਸਭ ਤੋਂ ਸਖਤ ਹਿੱਸਾ ਹੁੰਦੀ ਹੈ। ਇਸ ਨੂੰ ਇਨੈਮਲ ਆਖਦੇ ਹਨ। ਦੰਦ 4 ਪ੍ਰਕਾਰ ਦੇ ਹੁੰਦੇ ਹਨ। ਇਹਨਾਂ ਦੀ ਕਿਸਮ ਅਤੇ ਕੰਮ ਹੇਠ ਲਿਖੇ ਅਨੁਸਾਰ ਹੈ। ਅਗਲੇ ਦੰਦ, ਇਹ ਭੋਜਨ ਨੂੰ ਕੱਟਦੇ ਹਨ ਅਤੇ ਇਹਨਾਂ ਦੀ ਗਿਣਤੀ 8 ਹੁੰਦੀ ਹੈ। ਸੂਏ ਦੰਦ ਭੋਜਨ ਨੂੰ ਪਾੜਦੇ ਹਨ, ਇਹਨਾਂ ਦੀ ਗਿਣਤੀ 4 ਹੁੰਦੀ ਹੈ। ਅਗਰ ਜਾੜ ਭੋਜਨ ਨੂੰ ਚਬਾਉਂਦੇ ਹਨ ਅਤੇ ਇਹ ਗਿਣਤੀ ਵਿੱਚ 8 ਹੁੰਦੇ ਹਨ। ਜਾੜ ਭੋਜਨ ਨੂੰ ਬਰੀਕ ਕਰਦੇ ਹਨ, ਜਿਨ੍ਹਾਂ ਦੀ ਗਿਣਤੀ 12 ਹੁੰਦੀ ਹੈ। ਬਾਲਗ ਮਨੁੱਖ ਦੇ ਦੰਦਾਂ ਦੀ ਕੁੱਲ ਗਿਣਤੀ 32 ਹੁੰਦੀ ਹੈ। ਨੰਬਰ 1, ਦੁੱਧ ਦੰਦ ਗਿਣਤੀ ਵਿੱਚ ਕਿੰਨੇ ਹੁੰਦੇ ਹਨ ਅਤੇ ਪੱਕੇ ਦੰਦ ਕਿੰਨੇ? ਇਸ ਦਾ ਉੱਤਰ ਹੈ ਦੁੱਧ ਦੰਦ ਗਿਣਤੀ ਵਿੱਚ 20 ਅਤੇ ਪੱਕੇ ਦੰਦ ਗਿਣਤੀ ਵਿੱਚ 32 ਹੁੰਦੇ ਹਨ। ਪ੍ਰਸ਼ਨ ਨੰਬਰ 2, ਜੀਭ ਦੇ ਕੀ ਕੰਮ ਹਨ? ਜੀਭ ਬੋਲਣ ਵਿੱਚ ਸਾਡੀ ਸਹਾਇਤਾ ਕਰਦੀ ਹੈ ਅਤੇ ਇਸ ਰਾਹੀਂ ਵੱਖ-ਵੱਖ ਤਰ੍ਹਾਂ ਦੇ ਸਵਾਦ ਜਿਵੇਂ ਖੱਟਾ, ਮਿੱਠਾ, ਕੌੜਾ ਅਤੇ ਨਮਕੀਨ ਦਾ ਵੀ ਪਤਾ ਲੱਗਦਾ ਹੈ। ਪ੍ਰਸ਼ਨ ਨੰਬਰ 3, ਇਨੈਮਲ ਕੀ ਹੁੰਦਾ ਹੈ?
ਦੰਦਾਂ ਦੀ ਉੱਪਰਲੀ ਚਿੱਟੀ ਪਰਤ ਸਰੀਰ ਦਾ ਸਭ ਤੋਂ ਸਖਤ ਹਿੱਸਾ ਹੁੰਦੀ ਹੈ। ਇਸ ਨੂੰ ਇਨੈਮਲ ਆਖਦੇ ਹਨ। ਪ੍ਰਸ਼ਨ ਨੰਬਰ 4, ਦੰਦਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਤੁਸੀਂ ਕੀ ਕਰਦੇ ਹੋ? ਅਸੀਂ ਦੰਦਾਂ ਨੂੰ ਉੱਪਰੋਂ ਹੇਠਾਂ, ਹੇਠੋਂ ਉੱਪਰ, ਅੰਦਰੋਂ ਬਾਹਰੋਂ ਚੰਗੀ ਤਰ੍ਹਾਂ ਹੌਲੀ-ਹੌਲੀ ਨਰਮ ਬੁਰਸ਼ ਤੇ ਪੇਸਟ ਲਗਾ ਕੇ ਸਵੇਰੇ ਸ਼ਾਮ ਸਾਫ਼ ਕਰਦੇ ਹਾਂ। ਪ੍ਰਸ਼ਨ ਨੰਬਰ 5, ਮਿਲਾਨ ਕਰੋ। ਅਗਲੇ ਦੰਦ ਭੋਜਨ ਨੂੰ ਕੱਟਦੇ ਹਨ। ਸੂਏ ਦੰਦ ਭੋਜਨ ਨੂੰ ਪਾੜਦੇ ਹਨ। ਅਗਰ ਜਾੜ ਭੋਜਨ ਨੂੰ ਚਬਾਉਂਦੇ ਹਨ। ਜਾੜ ਭੋਜਨ ਨੂੰ ਬਰੀਕ ਕਰਦੇ ਹਨ। ਪ੍ਰਸ਼ਨ ਨੰਬਰ 6, ਜੀਭ ਨਾਲ ਸਾਨੂੰ ਕਿਹੜੇ-ਕਿਹੜੇ ਸਵਾਦ ਪਤਾ ਲੱਗਦੇ ਹਨ? ਜੀਭ ਨਾਲ ਸਾਨੂੰ ਮਿੱਠਾ, ਖੱਟਾ, ਨਮਕੀਨ ਅਤੇ ਕੌੜਾ ਸਵਾਦ ਪਤਾ ਲੱਗਦਾ ਹੈ। ਐਨੇ ਸਮੇਂ ਵਿੱਚ ਗਲੀ ਵਿੱਚ ਹਾਥੀ ਦਿਖਾਉਣ ਵਾਲੇ ਆ ਗਏ। ਡਿੰਪਲ ਨੇ ਵੀ ਆਪਣੀ ਮੰਮੀ ਨਾਲ ਜਾ ਕੇ ਹਾਥੀ ਦੇਖਿਆ ਅਤੇ ਉਹ ਦੇਖ ਕੇ ਬੜੀ ਹੈਰਾਨ ਹੋਈ ਕਿ ਹਾਥੀ ਦੇ ਮੂੰਹ ਤੋਂ ਬਾਹਰ 2 ਲੰਬੇ-ਲੰਬੇ ਦੰਦ ਸਨ। ਮੰਮੀ ਨੇ ਦੱਸਿਆ ਕਿ ਇਹ ਦੰਦ ਖਾਣ ਵਿੱਚ ਮਦਦ ਨਹੀਂ ਕਰਦੇ। ਖਾਣ ਵਾਲੇ ਦੰਦ ਹਾਥੀ ਦੇ ਮੂੰਹ ਵਿੱਚ ਵੱਖਰੇ ਹੁੰਦੇ ਹਨ। ਹਾਥੀ ਦੇ ਪਿੱਛੇ ਕੁਝ ਕੁੱਤੇ ਵੀ ਭੌਂਕ ਰਹੇ ਸਨ। ਮੰਮੀ, ਉਹ ਦੇਖੋ, ਕੁੱਤੇ ਦੇ ਮੂੰਹ ਦੇ ਅੰਦਰ ਵੀ ਬਾਕੀ ਦੰਦਾਂ ਨਾਲੋਂ ਥੋੜੇ ਜਿਹੇ ਲੰਬੇ 2 ਦੰਦ ਹਨ। ਡਿੰਪਲ ਨੇ ਮੰਮੀ ਦਾ ਹੱਥ ਖਿੱਚਦੇ ਕਿਹਾ, ਹਾਂ ਬੇਟਾ, ਸਾਰੇ ਮਾंस ਖਾਣ ਵਾਲੇ ਜਾਨਵਰਾਂ ਵਿੱਚ ਹੀ ਇਹ ਸੂਏ ਦੰਦ ਥੋੜੇ ਵੱਡੇ ਹੁੰਦੇ ਨੇ। ਇਹਨਾਂ ਦੰਦਾਂ ਨਾਲ ਇਹ ਮਾंस ਨੂੰ ਪਾੜਦੇ ਹਨ। ਬਾਕੀ ਦੰਦਾਂ ਅਤੇ ਜਾੜਾਂ ਨਾਲ ਕੁੱਤਾ ਹੋਰ ਖਾਣ ਵਾਲੀਆਂ ਚੀਜ਼ਾਂ ਨੂੰ ਚਬਾਉਂਦਾ ਹੈ। ਮੰਮੀ ਨੇ ਆਪਣੀ ਸਮਝ ਅਨੁਸਾਰ ਦੱਸਿਆ। ਮੰਮੀ, ਇਹ ਮੱਝ ਅਤੇ ਗਾਂ ਬੈਠ ਕੇ ਕੀ ਚਬਾ ਰਹੀਆਂ ਹਨ? ਡਿੰਪਲ ਨੇ ਪੁੱਛਿਆ। ਮੰਮੀ ਨੇ ਦੱਸਿਆ ਕਿ ਇਹ ਘਾਹ ਖਾਣ ਵਾਲੇ ਸ਼ਾਕਾਹਾਰੀ ਪਸ਼ੂਆਂ ਦੇ ਅਗਲੇ ਦੰਦ ਘਾਹ ਅਤੇ ਚਾਰੇ ਨੂੰ ਕੱਟ ਕੇ ਖਾਣ ਲਈ ਚੌੜੇ ਅਤੇ ਤਿੱਖੇ ਹੁੰਦੇ ਹਨ, ਜਿਸ ਨਾਲ ਇਹ ਜਲਦੀ-ਜਲਦੀ ਚਾਰਾ ਖਾ ਲੈਂਦੇ ਹਨ। ਫਿਰ ਆਰਾਮ ਨਾਲ ਬੈਠ ਕੇ ਖਾਧਾ ਹੋਇਆ ਚਾਰਾ ਵਾਪਸ ਮੂੰਹ ਵਿੱਚ ਲਿਆ ਕੇ ਪਿਛਲੇ ਵੱਡੇ ਦੰਦਾਂ ਦੀ ਮਦਦ ਨਾਲ ਚਿੱਥ ਕੇ ਬਰੀਕ ਕਰਕੇ ਪਚਨਯੋਗ ਬਣਾਉਂਦੇ ਹਨ। ਇਸ ਨੂੰ ਹੀ ਜੁਗਾਲੀ ਕਰਨਾ ਕਹਿੰਦੇ ਹਨ। ਆਹ ਗਿਲਹਰੀ ਅਤੇ ਖਰਗੋਸ਼ ਵਰਗੇ ਜਾਨਵਰਾਂ ਦੇ ਦੰਦ ਵੀ ਬੀਜਾਂ ਅਤੇ ਫਲਾਂ ਨੂੰ ਛਿੱਲ ਕੇ ਖਾਣ ਲਈ ਬੜੇ ਤਿੱਖੇ ਹੁੰਦੇ ਹਨ। ਪ੍ਰਸ਼ਨ ਨੰਬਰ 7, ਹਾਥੀ ਦੇ ਦੰਦ ਖਾਣ ਦੇ ਹੋਰ ਅਤੇ ਦਿਖਾਉਣ ਲਈ ਹੋਰ ਤੋਂ ਤੁਸੀਂ ਕੀ ਸਮਝਦੇ ਹੋ? ਇਹ ਇੱਕ ਅਖਾਣ ਹੈ ਜਿਸ ਦਾ ਅਰਥ ਹੈ ਕੋਈ ਆਦਮੀ ਬਾਹਰੋਂ ਹੋਰ ਅਤੇ ਅੰਦਰੋਂ ਹੋਰ ਹੋਵੇ। ਪ੍ਰਸ਼ਨ ਨੰਬਰ 8, ਕੁੱਤੇ ਦੇ ਲੰਬੇ ਦੰਦ ਕਿਸ ਕੰਮ ਲਈ ਹੁੰਦੇ ਹਨ? ਕੁੱਤੇ ਦੇ ਲੰਬੇ ਦੰਦ ਮਾंस ਨੂੰ ਪਾੜਨ ਦੇ ਕੰਮ ਆਉਂਦੇ ਹਨ। ਪੰਛੀਆਂ ਦੀਆਂ ਚੁੰਝਾਂ। ਅਗਲੇ ਦਿਨ ਦੀ ਸਵੇਰ ਡਿੰਪਲ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਨਹਿਰ ਦੇ ਕੰਢੇ ਸੈਰ ਕਰਨ ਗਈ। ਆਲੇ ਦੁਆਲੇ ਦੇ ਦਰਖਤਾਂ ਵਿੱਚੋਂ ਵੱਖ-ਵੱਖ ਪੰਛੀਆਂ ਦੀਆਂ ਮਨਮੋਹਕ ਆਵਾਜ਼ਾਂ ਆ ਰਹੀਆਂ ਸਨ। ਕੋਇਲ ਉੱਚੀ-ਉੱਚੀ ਕੂਕ ਰਹੀ ਸੀ। ਡਿੰਪਲ ਨੇ ਚਿੜੀਆਂ ਦੇ ਚੰਬੇ ਨੂੰ ਦਾਣੇ ਖਾਂਦਾ ਦੇਖ ਪਾਪਾ ਜੀ ਤੋਂ ਪੁੱਛਿਆ ਕਿ ਪੰਛੀਆਂ ਦੇ ਕਿੰਨੇ ਦੰਦ ਹੁੰਦੇ ਹਨ? ਪਾਪਾ ਜੀ ਨੇ ਕਿਹਾ, ਬੇਟਾ, ਪੰਛੀ ਭੋਜਨ ਖਾਣ ਲਈ ਦੰਦਾਂ ਦਾ ਕੰਮ ਆਪਣੀ ਚੁੰਝ ਤੋਂ ਲੈਂਦੇ ਹਨ। ਇਹਨਾਂ ਦੀਆਂ ਚੁੰਝਾਂ ਦੀ ਬਣਾਵਟ ਤੋਂ ਇਹਨਾਂ ਦੇ ਮਨਪਸੰਦ ਭੋਜਨ ਦਾ ਵੀ ਪਤਾ ਲੱਗ ਜਾਂਦਾ ਹੈ। ਚਿੜੀਆਂ, ਕਬੂਤਰ, ਮੋਰ, ਮੁਰਗੀ ਅਤੇ ਘੁੱਗੀਆਂ ਦੀ ਚੁੰਝ ਛੋਟੀ ਅਤੇ ਇੰਨੀ ਕੁ ਸਖਤ ਹੁੰਦੀ ਹੈ ਕਿ ਇਹ ਦਾਣਿਆਂ ਨੂੰ ਤੋੜ ਕੇ ਖਾ ਲੈਂਦੇ ਹਨ। ਤੋਤਾ ਫਲ ਖਾਣ ਦਾ ਸ਼ੌਕੀਨ ਹੈ। ਇਹ ਆਪਣੀ ਗੋਲਾਈਦਾਰ ਅਤੇ ਹੁੱਕ ਵਾਂਗ ਮੁੜੀ ਹੋਈ ਚੁੰਝ ਨਾਲ ਸਖਤ, ਕੱਚੇ ਅਤੇ ਪੱਕੇ ਤਰ੍ਹਾਂ ਦੇ ਸਾਰੇ ਫਲ ਖਾ ਲੈਂਦਾ ਹੈ। ਉੱਲੂ, ਬਾਜ ਅਤੇ ਇੱਲ ਦੀ ਚੁੰਝ ਛੋਟੀ, ਹੁੱਕ ਵਾਂਗ ਸਿਰੇ ਤੋਂ ਮੁੜੀ, ਨੁਕੀਲੀ ਅਤੇ ਸਖਤ ਹੁੰਦੀ ਹੈ, ਜਿਸ ਨਾਲ ਇਹ ਆਪਣੇ ਸ਼ਿਕਾਰ, ਚੂਹੇ, ਛੋਟੇ ਪੰਛੀ ਅਤੇ ਜਾਨਵਰਾਂ ਦਾ ਮਾंस ਖਾ ਜਾਂਦੇ ਹਨ। ਬੱਤਖਾਂ ਦੀ ਚੁੰਝ ਵੱਡੀ, ਸਿੱਧੀ ਅਤੇ ਸੁਰਾਖਦਾਰ ਹੁੰਦੀ ਹੈ। ਇਹ ਚਿੱਕੜ ਵਾਲੇ ਗੰਧਲੇ ਪਾਣੀ ਵਿੱਚੋਂ ਵੀ ਕੀੜੇ ਫੜ ਕੇ ਖਾਂਦੀ ਹੈ। ਪਾਣੀ ਅਤੇ ਚਿੱਕੜ ਚੁੰਝ ਦੇ ਸੁਰਾਖਾਂ ਵਿੱਚੋਂ ਬਾਹਰ ਨਿਕਲ ਜਾਂਦੇ ਹਨ ਅਤੇ ਉਸ ਵਿੱਚ ਬਚੇ ਹੋਏ ਕੀੜਿਆਂ ਨੂੰ ਇਹ ਖਾ ਜਾਂਦੀ ਹੈ। ਪੈਲੀਕਨ ਦੀ ਚੁੰਝ ਹੇਠਾਂ ਭੋਜਨ ਜਮ੍ਹਾਂ ਕਰਨ ਲਈ ਥੈਲੀ ਲੱਗੀ ਹੁੰਦੀ ਹੈ। ਚੱਕੀਰਾਹੇ ਦੀ ਲੰਬੀ, ਸਿੱਧੀ ਅਤੇ ਤਿੱਖੀ ਚੁੰਝ ਦਰਖਤਾਂ ਦੀਆਂ ਖੋੜਾਂ ਅਤੇ ਛਿੱਲ ਵਿੱਚੋਂ ਕੀੜੇ ਖਾਣ ਵਿੱਚ ਮਦਦ ਕਰਦੀ ਹੈ। ਸ਼ੱਕਰਖੋਰਾ ਪਾਈਪ ਵਰਗੀ ਬਾਰੀਕ ਅਤੇ ਲੰਬੀ ਚੁੰਝ ਨਾਲ ਉੱਡਦਾ-ਉੱਡਦਾ ਫੁੱਲਾਂ ਵਿੱਚੋਂ ਰਸ ਚੂਸ ਲੈਂਦਾ ਹੈ। ਕਿੰਗਫਿਸ਼ਰ ਪੰਛੀ ਆਪਣੀ ਲੰਬੀ,
ਅਤੇ ਮੋਟੀ ਚੁੰਝ ਨਾਲ ਤਲਾਬ ਵਿੱਚੋਂ ਮੱਛੀਆਂ ਅਤੇ ਡੱਡੂ ਵਰਗੇ ਛੋਟੇ ਜੀਵਾਂ ਨੂੰ ਫੜ ਕੇ ਖਾ ਲੈਂਦਾ ਹੈ। ਪੰਛੀ ਆਪਣੀ ਚੁੰਝ ਨਾਲ ਭੋਜਨ ਖਾਣ ਤੋਂ ਇਲਾਵਾ ਆਲ੍ਹਣੇ ਬਣਾਉਣ, ਆਪਣੇ ਬੱਚਿਆਂ ਨੂੰ ਖਾਣਾ ਦੇਣ ਅਤੇ ਖੰਭਾਂ ਦੀ ਸਫਾਈ ਅਤੇ ਆਤਮ ਰੱਖਿਆ ਲਈ ਵੀ ਵਰਤੋਂ ਵਿੱਚ ਲਿਆਉਂਦੇ ਹਨ। ਸੋ ਬੱਚਿਓ, ਇਸ ਪੈਰੇ 'ਚੋਂ ਸਾਨੂੰ ਪਤਾ ਲੱਗਾ ਕਿ ਪੰਛੀ ਚੁੰਝ ਦੀ ਵਰਤੋਂ ਕੇਵਲ ਭੋਜਨ ਖਾਣ ਲਈ ਹੀ ਨਹੀਂ, ਬਲਕਿ ਭੋਜਨ ਦੇ ਨਾਲ-ਨਾਲ ਉਹ ਖੰਭਾਂ ਦੀ ਸਫਾਈ, ਆਲ੍ਹਣਾ ਬਣਾਉਣ ਅਤੇ ਆਤਮ ਰੱਖਿਆ ਲਈ ਵੀ ਕਰਦੇ ਹਨ। ਤੋਤਾ, ਬਾਜ, ਬੱਤਖ, ਚਿੜੀ, ਪੈਲੀਕਨ, ਚੱਕੀਰਾਹਾ। ਪ੍ਰਸ਼ਨ ਨੰਬਰ 9, ਸਹੀ ਉੱਤਰ ਚੁਣ ਕੇ ਸਹੀ ਦਾ ਨਿਸ਼ਾਨ ਲਗਾਓ। ਊੜਾ, ਇਹਨਾਂ ਵਿੱਚੋਂ ਕਿਹੜਾ ਪੰਛੀ ਮੱਛੀ ਫੜ ਕੇ ਖਾ ਲੈਂਦਾ ਹੈ? ਤੋਤਾ, ਕਿੰਗਫਿਸ਼ਰ, ਕਾਂ ਜਾਂ ਕਬੂਤਰ? ਸਹੀ ਜਵਾਬ ਹੈ ਕਿੰਗਫਿਸ਼ਰ। ਐੜਾ, ਇਹਨਾਂ ਵਿੱਚੋਂ ਕਿਹੜੇ ਪੰਛੀ ਦੀ ਚੁੰਝ ਹੇਠਾਂ ਥੈਲੀ ਹੁੰਦੀ ਹੈ? ਬੱਤਖ, ਪੈਲੀਕਨ, ਚੱਕੀਰਾਹਾ, ਕਿੰਗਫਿਸ਼ਰ? ਸਹੀ ਜਵਾਬ ਹੈ ਪੈਲੀਕਨ। ਪ੍ਰਸ਼ਨ ਨੰਬਰ 10, ਚੱਕੀਰਾਹੇ ਦੀ ਚੁੰਝ ਚਿੜੀ ਦੀ ਚੁੰਝ ਨਾਲੋਂ ਲੰਬੀ ਕਿਉਂ ਹੁੰਦੀ ਹੈ? ਕਿਉਂਕਿ ਇਹ ਤਿੱਖੀ ਚੁੰਝ ਰਾਹੀਂ ਦਰੱਖਤਾਂ ਦੀਆਂ ਖੋੜਾਂ ਅਤੇ ਛਿੱਲ ਵਿੱਚੋਂ ਕੀੜੇ ਖਾਣ ਵਿੱਚ ਮਦਦ ਕਰਦੀ ਹੈ। ਪ੍ਰਸ਼ਨ ਨੰਬਰ 11, ਕਿਹੜੇ-ਕਿਹੜੇ ਪੰਛੀ ਸ਼ਿਕਾਰ ਕਰਕੇ ਮਾਂਸ ਖਾਂਦੇ ਹਨ? ਉੱਲੂ, ਬਾਜ਼ ਅਤੇ ਇੱਲ ਸ਼ਿਕਾਰ ਕਰਕੇ ਮਾਂਸ ਖਾਂਦੇ ਹਨ। ਤੁਹਾਡੇ ਆਲੇ-ਦੁਆਲੇ ਵਿੱਚ ਛੋਟੀ ਅਤੇ ਵੱਡੀ ਚੁੰਝ ਵਾਲੇ ਪੰਛੀਆਂ ਦੇ ਨਾਂ ਅਤੇ ਉਹਨਾਂ ਦੇ ਭੋਜਨ ਬਾਰੇ ਲਿਖੋ। ਵੱਡੀ ਚੁੰਝ ਵਾਲੇ ਪੰਛੀ: ਚੱਕੀਰਾਹਾ, ਕੀੜੇ-ਮਕੌੜੇ, ਕਿੰਗਫਿਸ਼ਰ, ਮੱਛੀਆਂ, ਡੱਡੂ। ਛੋਟੀ ਚੁੰਝ ਵਾਲੇ: ਤੋਤਾ, ਫਲ, ਚਿੜੀ, ਦਾਣੇ। ਪੰਛੀਆਂ ਦੇ ਪੰਜੇ: ਡਿੰਪਲ ਦੇ ਛੋਟੇ ਭਰਾ ਕੀਰਤ ਨੇ ਪਾਪਾ ਜੀ ਨੂੰ ਬੜੀ ਹੈਰਾਨੀ ਨਾਲ ਪੁੱਛਿਆ ਕਿ ਬੱਤਖਾਂ ਦੇ ਪੰਜੇ ਦੀਆਂ ਉਂਗਲਾਂ ਆਪਸ ਵਿੱਚ ਕਿਉਂ ਜੁੜੀਆਂ ਹੁੰਦੀਆਂ ਹਨ। ਪਾਪਾ ਜੀ ਨੇ ਜਵਾਬ ਦਿੱਤਾ ਕਿ ਆਮ ਤੌਰ 'ਤੇ ਹਰੇਕ ਪੰਛੀ ਦੇ ਪੰਜੇ ਵਿੱਚ 4 ਉਂਗਲਾਂ ਅਤੇ ਉਹਨਾਂ ਨਾਲ ਜੁੜੀਆਂ ਹੋਈਆਂ 4 ਨਹੁੰਦਰਾਂ ਹੁੰਦੀਆਂ ਹਨ। ਬੱਤਖ ਦੇ ਪਾਣੀ ਵਿੱਚ ਆਸਾਨੀ ਨਾਲ ਤੈਰ ਅਤੇ ਤੁਰ ਸਕਣ ਲਈ ਇਸ ਦੀਆਂ ਚਾਰੇ ਨਹੁੰਦਰਾਂ ਇੱਕ ਪਤਲੀ ਝਿੱਲੀ ਨਾਲ ਜੁੜੀਆਂ ਹੁੰਦੀਆਂ ਹਨ। ਚਿੜੀਆਂ, ਕਾਂ ਅਤੇ ਕਬੂਤਰਾਂ ਦੀਆਂ ਨਹੁੰਦਰਾਂ ਦਰੱਖਤਾਂ ਨੂੰ ਕੱਸ ਕੇ ਫੜਨ ਲਈ ਹੁੰਦੀਆਂ ਹਨ। ਇਹਨਾਂ ਦੀ ਮਦਦ ਨਾਲ ਇਹ ਲੰਮੇ ਸਮੇਂ ਲਈ ਬੈਠ ਤੇ ਸੌਂ ਵੀ ਸਕਦੇ ਹਨ। ਮੁਰਗੀ ਅਤੇ ਮੋਰ ਵਰਗੇ ਪੰਛੀ ਜ਼ਮੀਨ ਨੂੰ ਸਖਤ ਤੇ ਤਿੱਖੀਆਂ ਨਹੁੰਦਰਾਂ ਨਾਲ ਫਰੋਲ ਕੇ ਕੀੜੇ ਅਤੇ ਦਾਣੇ ਖਾਂਦੇ ਹਨ। ਬਾਜ਼ ਅਤੇ ਉੱਲੂ ਵਰਗੇ ਸ਼ਿਕਾਰੀ ਪੰਛੀਆਂ ਦੀਆਂ ਨਹੁੰਦਰਾਂ ਸ਼ਿਕਾਰ ਫੜਨ ਅਤੇ ਮਾਂਸ ਨੋਚਣ ਲਈ ਮਜ਼ਬੂਤ ਅਤੇ ਨੁਕੀਲੀਆਂ ਹੁੰਦੀਆਂ ਹਨ। ਬੱਚਿਓ, ਇਸ ਤਰ੍ਹਾਂ ਚੁੰਝ ਅਤੇ ਨਹੁੰਦਰਾਂ ਪੰਛੀ ਦੇ ਅਹਿਮ ਅੰਗ ਹੁੰਦੇ ਹਨ। ਚੱਕੀਰਾਹੇ ਦੇ ਪੰਜੇ ਦੀਆਂ ਨਹੁੰਦਰਾਂ ਜੋੜੇ ਦੇ ਰੂਪ ਵਿੱਚ ਇੱਕ ਦੂਜੇ ਤੋਂ ਉਲਟ ਹੁੰਦੀਆਂ ਹਨ ਤਾਂ ਜੋ ਇਹ ਦਰੱਖਤਾਂ ਦੀ ਛਿੱਲ ਨੂੰ ਚੰਗੀ ਤਰ੍ਹਾਂ ਨਾਲ ਫੜ ਕੇ ਤੁਰ ਸਕੇ। ਸ਼ੁਤਰਮੁਰਗ ਉੱਡ ਨਹੀਂ ਸਕਦਾ। ਇਹ ਦੌੜਨ ਵਾਲਾ ਪੰਛੀ ਹੈ। ਇਸ ਦੇ ਹਰੇਕ ਪੰਜੇ ਵਿੱਚ ਕੇਵਲ 2 ਉਂਗਲਾਂ ਹੀ ਹੁੰਦੀਆਂ ਹਨ। ਬੱਚਿਓ, ਜਾਨਵਰਾਂ ਦੇ ਪੰਜੇ ਅਤੇ ਚੁੰਝਾਂ ਵੀ ਇਹਨਾਂ ਦੇ ਰਹਿਣ ਅਤੇ ਭੋਜਨ ਪ੍ਰਾਪਤ ਕਰਨ ਦੇ ਵੱਖ-ਵੱਖ ਢੰਗਾਂ ਨਾਲ ਵੱਖ-ਵੱਖ ਹੁੰਦੀਆਂ ਹਨ। ਬਾਜ਼ ਸ਼ਿਕਾਰ ਫੜਨ ਦੇ ਕੰਮ ਆਉਂਦੀਆਂ ਹਨ। ਚੱਕੀਰਾਹਾ ਦਰੱਖਤ ਦੀ ਛਿੱਲ ਨੂੰ ਚੰਗੀ ਤਰ੍ਹਾਂ ਫੜ ਕੇ ਤੁਰਨ ਲਈ। ਚਿੜੀ ਦਰੱਖਤ ਦੀ ਟਾਹਣੀ ਨੂੰ ਕੱਸ ਕੇ ਫੜਨ ਲਈ। ਬੱਤਖ ਪਾਣੀ ਵਿੱਚ ਆਸਾਨੀ ਨਾਲ ਤੈਰਨ ਅਤੇ ਤੁਰ ਸਕਣ ਲਈ। ਯਾਦ ਰੱਖਣਯੋਗ ਗੱਲਾਂ: ਬੱਚਿਆਂ ਵਿੱਚ ਦੁੱਧ ਦੇ ਦੰਦਾਂ ਦੀ ਗਿਣਤੀ 20 ਅਤੇ ਬਾਲਗਾਂ ਵਿੱਚ ਪੱਕੇ ਦੰਦਾਂ ਦੀ ਗਿਣਤੀ 32 ਹੁੰਦੀ ਹੈ। ਦੰਦਾਂ ਨੂੰ ਹਰ ਰੋਜ਼ ਬੁਰਸ਼ ਜਾਂ ਦਾਤਣ ਨਾਲ ਸਾਫ਼ ਕਰਨਾ ਚਾਹੀਦਾ ਹੈ। ਮਾंसखोर ਜਾਨਵਰਾਂ ਦੇ ਅਗਲੇ ਦੰਦ ਤਿੱਖੇ ਹੁੰਦੇ ਹਨ। ਪੰਛੀਆਂ ਦੇ ਪੰਜੇ ਵਿੱਚ 4 ਉਂਗਲਾਂ ਹੁੰਦੀਆਂ ਹਨ। ਪੰਛੀਆਂ ਦੀਆਂ ਚੁੰਝਾਂ ਤੋਂ ਉਹਨਾਂ ਦੇ ਮਨਪਸੰਦ ਭੋਜਨ ਦਾ ਪਤਾ ਲਗਾਇਆ ਜਾ ਸਕਦਾ ਹੈ। ਪ੍ਰਸ਼ਨ ਨੰਬਰ 12, ਬਾਜ਼ ਪੰਜਿਆਂ ਤੋਂ ਕੀ ਕੰਮ ਲੈਂਦਾ ਹੈ? ਬਾਜ਼ ਪੰਜਿਆਂ ਨਾਲ ਸ਼ਿਕਾਰ ਫੜਨ, ਮਾंस ਨੋਚਣ ਆਦਿ ਦਾ ਕੰਮ ਲੈਂਦਾ ਹੈ। ਪ੍ਰਸ਼ਨ ਨੰਬਰ 13, ਬੱਤਖਾਂ ਦੇ ਪੰਜੇ ਦੀਆਂ ਉਂਗਲਾਂ ਵਿਚਕਾਰ ਪਤਲੀ ਝਿੱਲੀ ਉਸ ਲਈ ਕਿਵੇਂ ਫਾਇਦੇਮੰਦ ਹੁੰਦੀ ਹੈ? ਇਹ ਇਸ ਨੂੰ ਪਾਣੀ ਵਿੱਚ ਤੈਰਨ ਜਾਂ ਤੁਰ ਸਕਣ ਲਈ ਫਾਇਦੇਮੰਦ ਹੁੰਦੀ ਹੈ। ਪ੍ਰਸ਼ਨ ਨੰਬਰ 14,
ਕਿਹੜਾ ਪੰਛੀ ਦਰਖਤ ਉੱਪਰ ਆਸਾਨੀ ਨਾਲ ਚੜ੍ਹ ਸਕਦਾ ਹੈ? ਚੱਕੀ ਰਾਹਾ ਦਰਖਤ ਉੱਪਰ ਆਸਾਨੀ ਨਾਲ ਚੜ੍ਹ ਸਕਦਾ ਹੈ। ਕਿਰਿਆ 4 ਆਲੇ ਦੁਆਲੇ ਦੇ ਪੰਛੀ ਦੇਖ ਕੇ ਉਹਨਾਂ ਦੀਆਂ ਨੂੰਦਰਾਂ ਦੇ ਕੰਮ ਲਿਖੋ। ਬਾਜ ਸ਼ਿਕਾਰ ਫੜਨ ਅਤੇ ਮਾਸ ਨੋਚਣ ਲਈ। ਚੱਕੀ ਰਾਹਾ ਦਰਖਤ ਦੀ ਛਿੱਲ ਨੂੰ ਫੜ ਕੇ ਤੁਰਨ ਲਈ। ਚਿੜੀ ਟਾਹਣੀ ਨੂੰ ਕੱਸ ਕੇ ਫੜਨ ਲਈ। ਬੱਤਖ ਪਾਣੀ ਵਿੱਚ ਆਸਾਨੀ ਨਾਲ ਤੈਰਨ ਅਤੇ ਤੁਰ ਸਕਣ ਲਈ। ਮੁਰਗੀ ਮਿੱਟੀ ਨੂੰ ਫਰੋਲਣ ਲਈ। ਸ਼ੁਤਰਮੁਰਗ ਜ਼ਮੀਨ ਉੱਪਰ ਦੌੜਨ ਲਈ। ਦਿਮਾਗੀ ਕਸਰਤ ਤੁਹਾਡੇ ਮਨਪਸੰਦ ਪੰਛੀ ਕਾਂ, ਚਿੜੀ, ਕਬੂਤਰ, ਤੋਤਾ, ਲਾਲੀ, ਕੋਇਲ। ਮਨੁੱਖੀ ਦੰਦਾਂ ਦੀਆਂ ਕਿਸਮਾਂ ਦੇ ਨਾਂ। ਅਗਲੇ ਦੰਦ, ਸੂਏ ਦੰਦ, ਅਗਰਜਾੜ, ਜਾੜ। ਪੰਛੀਆਂ ਨੂੰ ਕਦੇ ਵੀ ਤੰਗ ਕਰਨਾ ਜਾਂ ਮਾਰਨਾ ਨਹੀਂ ਚਾਹੀਦਾ। ਉਹ ਆਪਣੀ ਆਵਾਜ਼ ਅਤੇ ਰੰਗ-ਬਰੰਗੇ ਖੰਭਾਂ ਨਾਲ ਵਾਤਾਵਰਣ ਨੂੰ ਸੁੰਦਰ ਅਤੇ ਮਨਮੋਹਕ ਬਣਾਉਂਦੇ ਹਨ। ਸਾਨੂੰ ਘਰ ਦੀ ਛੱਤ ਉੱਪਰ ਉਹਨਾਂ ਲਈ ਦਾਣੇ ਅਤੇ ਪਾਣੀ ਆਦਿ ਰੱਖਣਾ ਚਾਹੀਦਾ ਹੈ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਸਬਸਕ੍ਰਾਈਬ ਕਰੋ। ਧੰਨਵਾਦ।